ग्रंथी सचखंड श्री हरमंदर साहिब वो भी पहुँच चुके ने। उन्होंने भी थोड़े समय तक आप जी के दर्शन दीदार करने हैं। पहला आओ गुर इतिहास की कथा। संत ज्ञानी हरनाम सिंह जी खालसा मुखी दमदमी टकसाल जथा भिंडरा मेहता उन्हों के पासों सरवण करिए। उस तो बाद ज्ञानी रणजीत सिंह जी गौहर जथेदार साहिब वो भी गुर इतिहास की ही कथा आप जी नाल सांझी करनगे। बड़े प्यार सत्कार दे नाल गुर इतिहास दे विच अपना मन जोड़िए जी। जयकारा गजा के आरंभता करिए। बोले सो निहाल। गुर गोबिंद गोपाल गुर गुरपूर्ण नारायण है। गुर दयाल समरथ गुर गुरु नानक पतत उदाहरण है। पौजल बिखम सगाहो गुर बोहे थ तारे अम। नानक पूर करम सतगुर चरनी लग्या। दीन दर्द दुख भंजना घट घट नाथ अनाथ। शरण तुम्हारी आयो नानक के प्रभ साथ। चतर चक्रवर्ती चतर चक्र भुगते स्वयं भव शुभं सर्वदा सर्व जुगते। दुकालं परणासी दयालं स्वरूपे सदा अंग संगे अपंगम विभूते। सतनाम श्री वाहिगुरु साहिब जी। चौपाई जिन जिन नाम तिहारो ध्याया। दुख पाप तिन निकट न आया। जिन जिन नाम तिहारो ध्याया। परम सन्मान जो गुरु रूप गुरु खालसा साध संगत जी। वाहिगुरु जी का खालसा वाहिगुरु जी की फतेह। आप सरबत संगतां बहुत बहुत वड्डियां भागां वाले हो जिन्हां नूं कलगीधर दशमेश पिता सतगुरु सरबंस दानी सतगुरु अमृत के दाते सतगुरु लोक प्रलोक दियां बख्शिशां दे दाते सतगुरु अते लोक प्रलोक दे राखे सतगुरु धन धन सतगुरु श्री गुरु गोबिंद सिंह साहिब सच्चे पातशाह महाराज जी दे पावन पवित्र 354वें अवतार गुरपुरब प्रकाश गुरपुरब दे इन्हां महान समागमां विच सतगुरां दे अवतार स्थान प्रकाश स्थान तख्त श्री हरमंदर जी पटना साहिब बिहार की धरती दे उत्ते इस वक्त भाई सालसराय दीवान हाल दे अंदर जुगो जुग अटल धन सतगुरु श्री गुरु ग्रंथ साहिब सच्चे पातशाह महाराज जी दी पावन पवित्र हजूरी विखे संध्या दे दीवाना अंदर हाजरियां भरन दा सत संगत करन दा मनुखा जीवन दियां घड़ियां नूं सफल करन दा शुभ सुभागा समा प्राप्त हो रहा है। आप जी ने सोदर श्री रहराज साहिब जी दे पाठ तो उपरंत आरती आरते दा सतगुरु महाराज जी दा जस गायन होया। अरदास विच हाजरी भरी है।
ਸ਼੍ਰੀ ਮੁਖਵਾਕ ਸੁਣਨ ਤੋਂ ਉਪਰੰਤ ਇਸ ਅਸਥਾਨ ਦੀ, ਇਸ ਤਖਤ ਸਾਹਿਬ ਜੀ ਦੀ ਜੋ ਮਰਜ਼ਾਦਾ ਹੈ, ਹਰ ਸਾਲ ਸਤਿਗੁਰੂ ਜੀ ਦੇ ਅਵਤਾਰ ਧਾਰਨ ਦਾ ਜੋ ਗੁਰਪੁਰਬ ਹੈ ਔਰ ਸਤਿਗੁਰੂ ਜੀ ਨੇ ਮਾਤ ਲੋਕ ਦੇ ਉੱਤੇ ਆਉਣ ਦਾ ਜੋ ਕਾਰਨ ਸਾਨੂੰ ਸਮਝਾਇਆ, ਆਪਣਾ ਜੀਵਨ ਬਿਰਤਾਂਤ, ਆਪਣੇ ਜੀਵਨ ਦੀ ਕਥਾ, ਆਪਣੀ ਆਤਮ ਕਥਾ ਸਤਿਗੁਰੂ ਜੀ ਨੇ ਆਪ ਸ੍ਰੀ ਬਚਿੱਤਰ ਨਾਟਕ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਕੀਤੀ ਹੈ। ਸੋ ਸਾਧ ਸੰਗਤ ਜੀ, ਆਪ ਜੀ ਨੂੰ ਬੇਨਤੀ ਹੈ ਕਿ ਆਪ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਮਨ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਆਪਣੇ ਹਸਤ ਕਮਲਾਂ ਦੁਆਰਾ ਲਿਖੀ ਹੋਈ, ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਸਤਿਗੁਰੂ ਜੀ ਦੀ ਇਹ ਆਤਮ ਕਥਾ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਸਾਧ ਸੰਗਤ ਜੀ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਦੁਨੀਆ ਦਾ ਕੋਈ ਐਸਾ ਅਵਤਾਰ, ਪੀਰ, ਪੈਗੰਬਰ, ਕੋਈ ਵੀ ਮਹਾਂਪੁਰਖ ਐਸਾ ਨਹੀਂ ਹੋਇਆ ਜਿਹਨੇ ਆਪਣੇ ਜੀਵਨ ਦੀ ਕਥਾ ਆਪ ਲਿਖੀ ਹੋਵੇ। ਉਹਨਾਂ ਦੇ ਜੀਵਨ ਦੇ ਬਿਰਤਾਂਤ, ਉਹਨਾਂ ਦੇ ਸਰੀਰ ਕਰਕੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਪ੍ਰੇਮੀਆਂ ਵੱਲੋਂ, ਸੇਵਕਾਂ ਵੱਲੋਂ, ਵਿਦਵਾਨਾਂ ਵੱਲੋਂ ਲਿਖੇ ਗਏ, ਅੰਕਿਤ ਕੀਤੇ ਗਏ। ਪਰ ਸਤਿਗੁਰੂ ਜੀ ਨੇ ਇਸ ਸੰਸਾਰ ਉੱਤੇ ਜਦੋਂ ਅਰਦਾਸਾਂ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋਈਆਂ, ਉਹਨਾਂ ਅਰਦਾਸਾਂ ਨੂੰ ਪ੍ਰਵਾਨ ਕਰਦਿਆਂ ਸਤਿਗੁਰੂ ਜੀ ਨੂੰ ਦੁਸ਼ਟ ਦਮਨ ਦੇ ਰੂਪ ਵਿੱਚ ਸੱਚਖੰਡ ਵਿੱਚ ਬੁਲਾਇਆ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜਿਵੇਂ ਬਚਨ ਬਲਾਸ ਹੋਏ, ਉਹ ਵਿਆਖਿਆ ਆਪ ਜੀ ਸੁਣ ਰਹੇ ਹੋ। ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਦੇ ਤੇ ਸਤਿਗੁਰੂ ਜੀ ਦੇ ਮਾਤ ਲੋਕ ਤੇ ਆਉਣ ਦਾ ਜੋ ਕਾਰਨ ਹੈ ਉਹ ਕਥਾ ਆਪ ਸੰਗਤਾਂ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜਿਨ ਜਿਨ ਨਾਮ ਤਿਹਾਰੋ ਧਿਆਇਆ। ਸਤਿਗੁਰੂ ਜੀ ਫਰਮਾਨ ਕਰਦੇ ਆ ਕਿ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਜਿਨ੍ਹਾਂ ਜਿਨ੍ਹਾਂ ਨੇ ਆਪ ਜੀ ਦੇ ਨਾਮ ਨੂੰ ਸੁਰਤ ਦੁਆਰਾ ਧਿਆਇਆ, ਰਸਨਾ ਦੁਆਰਾ ਜਪਿਆ ਹੈ, ਦੁੱਖ ਪਾਪ ਤਿਨ ਨਿਕਟ ਨ ਆਇਆ। ਸੰਸਾਰ ਦੇ ਸਾਰੇ ਦੁੱਖ, ਆਦਿ ਵਿਆਧੀ, ਉਪਾਧੀ ਆਦਿਕ ਜਿੰਨੇ ਵੀ ਦੁੱਖ ਅਤੇ ਸੰਕਟ ਹਨ ਉਹ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੇ, ਅਤੇ ਪਾਪ ਕਰਮ ਵੀ ਉਹਨਾਂ ਦੇ ਨੇੜੇ ਉਹਨਾਂ ਨੂੰ ਪਾਪਾਂ ਦਾ ਫਲ ਜੀਵਨ ਵਿੱਚ ਭੁਗਤਾਉਣ ਵਾਸਤੇ ਦੁੱਖਾਂ ਰੂਪ ਦੇ ਵਿੱਚ, ਕਿਉਂਕਿ ਪਾਪ ਦਾ ਫਲ ਦੁੱਖ ਹੈ, ਪੁੰਨ ਦਾ ਫਲ ਸੁੱਖ ਹੈ, ਇਉਂ ਪਾਪ ਦੁੱਖ ਰੂਪ ਦੇ ਵਿੱਚ ਹੋ ਕਰਕੇ ਉਹਨਾਂ ਦੇ ਨੇੜੇ ਨਹੀਂ ਆਉਂਦੇ ਹਨ। ਜੇ ਜੇ ਔਰ ਧਿਆਨ ਕੋ ਧਰਹੀ, ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਛੱਡ ਕੇ ਹੋਰ ਕਿਸੇ ਦੇਵੀ ਦੇਵਤੇ ਦਾ, ਹੋਰ ਕਿਸੇ ਪੀਰ ਪੈਗੰਬਰ ਦਾ, ਕਿਸੇ ਦਾ ਵੀ ਧਿਆਨ ਧਾਰਦੇ ਆ, ਬਹਿਸ ਬਹਿਸ ਬਾਦਨ ਤੇ ਮਰਹੀ। ਉਹ ਇੱਕ ਦੂਜੇ ਦੀ ਸਿਫਤ ਕਰਦੇ ਆ, ਇੱਕ ਦੂਜੇ ਦੇ ਅਵਤਾਰ ਨੂੰ, ਰਿਸ਼ੀ ਮੁਨੀ ਨੂੰ ਵੱਡਾ ਦੱਸਦੇ, ਆਪਣੇ ਨੂੰ ਵੱਡਾ ਦੱਸ ਕੇ ਦੂਜੇ ਨੂੰ ਛੋਟਾ ਦਿਖਾਉਣਾ। ਇਹ ਐਸੀ ਬਹਿਸ ਮੁਬਾਹਿਸ ਦੇ ਵਿੱਚ, ਐਸੇ ਬਹਿਸਾਂ ਮੁਬਾਸਿਆਂ ਦੇ ਵਿੱਚ ਲੜ ਝਗੜ ਕੇ ਮਰੀ ਜਾਂਦੇ ਹਨ। ਹਮ ਇਹ ਕਾਜ ਜਗਤ ਮੋ ਆਏ। ਹੁਣ ਸਤਿਗੁਰੂ ਜੀ ਫਰਮਾਨ ਕਰਦੇ ਆ, ਅਸੀਂ ਇਸ ਕਾਰਜ ਵਿੱਚ, ਇਸ ਮਾਤ ਲੋਕ ਤੇ ਇਸ ਕਾਰਜ ਲਈ, ਧਰਮ ਦਾ ਮਹਾਨ ਕਾਰਜ ਕਰਨ ਵਾਸਤੇ ਆਏ ਹਾਂ। ਧਰਮ ਹੇਤ ਗੁਰਦੇਵ ਪਠਾਏ। ਗੁਰਦੇਵ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਧਰਮ ਦੀ ਰੱਖਿਆ ਕਰਨ ਵਾਸਤੇ
ਜਿਹੜੇ ਲੋਕ ਧਰਮ ਤੋਂ ਮੁਨਕਰ ਹੋ ਗਏ ਜਾਂ ਧਰਮ ਧਾਰੀਆਂ ਨੂੰ ਕਸ਼ਟ ਦੇ ਰਹੇ ਸਨ, ਦੁੱਖ ਦੇ ਰਹੇ ਸਨ, ਉਹਨਾਂ ਜ਼ਾਲਮਾਂ ਤੋਂ ਧਰਮ ਦੀ ਰੱਖਿਆ ਕਰਨ ਵਾਸਤੇ, ਧਰਮ ਨੂੰ ਬਚਾਉਣ ਵਾਸਤੇ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਮਾਤ ਲੋਕ ਤੇ ਭੇਜਿਆ ਹੈ। ਜਹਾਂ ਤਹਾਂ ਤੁਮ ਧਰਮ ਬਿਥਾਰੋ, ਸਾਨੂੰ ਆਗਿਆ ਕੀ ਹੋਈ ਕਿ ਮਾਤ ਲੋਕ ਦੇ ਵਿੱਚ ਜਿੱਥੇ ਕਿੱਥੇ ਵੀ ਜਾ ਕੇ ਤੁਸੀਂ ਧਰਮ ਦਾ ਫੈਲਾਅ ਕਰੋ। ਧਰਮ ਕੀ ਹੈ? ਅਕਾਲ ਪੁਰਖ ਵਾਹਿਗੁਰੂ ਨੂੰ ਮੰਨਣਾ, ਇਹੀ ਸਭ ਤੋਂ ਵੱਡਾ ਧਰਮ ਹੈ। ਔਰ ਧਰਮ ਦੀ ਵਿਆਖਿਆ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੜੀ ਸੁੰਦਰ ਕੀਤੀ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਕਰਨੇ, ਵਾਹਿਗੁਰੂ ਦਾ ਨਾਮ ਜਪਣਾ, ਇਹੀ ਧਰਮ ਹੈ। ਪਰਮੇਸ਼ਰ ਵਿੱਚ ਭਰੋਸਾ, ਅਕੀਦਾ, ਵਿਸ਼ਵਾਸ, ਦ੍ਰਿੜ ਭਰੋਸਾ ਰੱਖਣਾ, ਇਹ ਧਰਮ ਦਾ ਮੁੱਖ ਅੰਗ ਹੈ। ਇਸ ਕਰਕੇ ਸਤਿਗੁਰੂ ਜੀ ਇੱਥੇ ਜ਼ਿਕਰ ਕਰ ਰਹੇ ਹੈ ਕਿ ਮਾਤ ਲੋਕ ਦੇ ਉੱਤੇ ਜਾ ਕੇ ਤੁਸੀਂ ਧਰਮ ਦਾ ਫੈਲਾਅ ਕਰੋ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਸੰਤ ਕਿਹੜੇ ਰਸਤੇ ਤੇ ਚੱਲਦਾ? ਧਰਮ ਦੇ ਰਸਤੇ ਤੇ ਚੱਲਦਾ। ਔਰ ਇਸ ਮਾਰਗ ਤੇ ਕੋਈ ਵਿਰਲਾ ਚੱਲਣ ਵਾਲਾ ਆਪਣੀ ਮੰਜ਼ਿਲ ਵਾਹਿਗੁਰੂ ਦੀ ਪ੍ਰਾਪਤੀ ਨੂੰ ਕੋਈ ਵਿਰਲਾ ਹਾਸਲ ਕਰਦਾ ਹੈ। ਇਸ ਕਰਕੇ ਜਗਤ ਦੇ ਵਿੱਚ ਸਾਨੂੰ ਧਰਮ ਦਾ ਵਿਸਥਾਰ ਕਰਨ ਵਾਸਤੇ, ਫੈਲਾਅ ਕਰਨ ਵਾਸਤੇ ਅਤੇ ਧਰਮ ਦੀ ਰੱਖਿਆ ਕਰਨ ਵਾਸਤੇ ਸਾਨੂੰ ਮਾਤ ਲੋਕ ਤੇ ਭੇਜਿਆ ਹੈ। ਦੁਸ਼ਟ ਦੋਖੀਆਂ ਪਕੜ ਪਛਾਰੋ, ਜਿਹੜੇ ਦੁਸ਼ਟ ਪਾਪ ਆਤਮਾ ਹਨ, ਧਰਮ ਦੇ ਦੋਖੀ ਹੈ, ਵਿਰੋਧੀ ਹੈ, ਉਹਨਾਂ ਨੂੰ ਪਕੜ ਕੇ ਪਛਾੜ ਦੇਣਾ। ਪਹਿਲਾਂ ਤਾਂ ਉਹਨਾਂ ਨੂੰ ਤਾੜਨਾ ਕਰਕੇ ਸਿੱਧੇ ਰਸਤੇ ਲਿਆਉਣਾ। ਜੇਕਰ ਉਹ ਨਹੀਂ ਸਿੱਧੇ ਰਸਤੇ ਤੇ ਆਉਂਦੇ ਤਾਂ ਉਹਨਾਂ ਨੂੰ ਡੰਨ ਦੇਣਾ। ਇਹ ਸਾਨੂੰ ਆਗਿਆ ਹੋਈ ਆ ਵਾਹਿਗੁਰੂ ਪਰਮੇਸ਼ਰ ਜੀ ਦੀ। ਜਾਹੀ ਕਾਜ ਧਰਾ ਹਮ ਜਨਮ, ਇਸੇ ਧਰਮ ਦੇ ਕਾਰਜ ਵਾਸਤੇ, ਧਰਮ ਦੀ ਰੱਖਿਆ ਲਈ, ਧਰਮ ਦਾ ਫੈਲਾਅ ਕਰਨ ਵਾਸਤੇ ਅਸੀਂ ਇਸ ਧਰਤੀ ਦੇ ਉੱਤੇ ਆ ਕੇ ਅਵਤਾਰ ਧਾਰਿਆ ਹੈ, ਜਨਮ ਲਿਆ ਹੈ। ਸਮਝ ਲਿਓ ਸਾਧੂ ਸਭ ਮਨ ਮੰਗ, ਇਹ ਸਾਧੂ ਜਨੋ ਜਿਹੜੇ ਧਰਮ ਦੇ ਧਾਰਨੀ ਹੈ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਧਰਮ ਨੂੰ ਕਮਾਇਆ ਹੈ, ਉਹ ਸਾਰੇ ਮਨ ਵਿੱਚ ਇਹ ਗੱਲ ਸਮਝ ਲਓ ਚੰਗੀ ਤਰ੍ਹਾਂ ਕਿ ਧਰਮ ਧਾਰੀ ਦੀ ਵਾਹਿਗੁਰੂ ਪਰਮੇਸ਼ਰ ਆਪ ਰੱਖਿਆ ਕਰਦਾ ਹੈ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਹੈ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਜਿਹੜਾ ਹਲਤ ਪਲਤ ਦੇ ਵਿੱਚ ਜਿਸ ਧਰਮ ਦੇ ਸ਼ੁਭ ਗੁਣਾਂ ਨੂੰ ਕਮਾ ਕੇ ਸੋਭਾ ਅਤੇ ਸੁਖ ਮਿਲੇ, ਉਸ ਨੂੰ ਧਰਮ ਕਿਹਾ ਜਾਂਦਾ ਹੈ। ਇਸ ਕਰਕੇ ਧਰਮ ਦੇ ਬਹੁਤ ਵੱਡੇ ਵੱਡੇ ਅਰਥ ਵਿਦਵਾਨਾਂ ਨੇ ਕੀਤੇ ਆ। ਧਰਮ ਦਾ ਅਰਥ ਨਿਯਮ ਵੀ ਹੈ, ਧਰਮ ਦਾ ਅਰਥ ਸੁਖ ਵੀ ਹੈ। ਜਿਨ੍ਹਾਂ ਨਿਯਮਾਂ ਨੂੰ, ਅਸੂਲਾਂ ਨੂੰ ਧਾਰਨ ਕਰਨੇ ਕਰਕੇ ਸੁਖ ਮਿਲੇ, ਦੁੱਖਾਂ ਦਾ ਨਾਸ ਹੋ ਜਾਏ, ਉਸ ਨੂੰ ਧਰਮ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਧਰਮ ਦੀਆਂ 10 ਨਿਸ਼ਾਨੀਆਂ ਬੜੀਆਂ ਸੁੰਦਰ ਵਿਦਵਾਨਾਂ ਨੇ ਅੰਕਿਤ ਕੀਤੀਆਂ ਹਨ। ਖਿਮਾ, ਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪਦਾਨ, ਸੀਲ, ਸੌਚ, ਤ੍ਰਿਸ਼ਨਾ, ਬਿਨਾ, ਧਰਮ, ਲਿੰਗ, 10 ਜਾਨ। ਇਹ ਧਰਮ ਦੇ 10 ਗੁਣ ਹਨ। ਇਹ ਜਾਣਨਾ ਲਓ, ਜਾਣਨਾ ਕਰੋ। ਜਿਹਨੇ 10 ਗੁਣ ਧਾਰਨ ਕਰ ਲਏ, ਉਹ ਸਮਝ ਲਓ ਪੂਰਾ ਧਰਮੀ ਹੈ ਭਾਈ। ਇਸ ਕਰਕੇ ਮਹਾਰਾਜ ਸਾਹਿਬ ਇੱਥੇ ਕਹਿ ਰਹੇ ਕਿ ਸਾਧੂ ਜਨੋ ਮਨ ਵਿੱਚ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਧਰਮੀ ਦੀ ਰੱਖਿਆ ਵਾਹਿਗੁਰੂ ਆਪ ਕਰਦਾ ਹੈ। ਜੈਕਾਰ ਕੀਆ ਧਰਮੀਆਂ ਕਾ, ਪਾਪੀ ਕੋ ਦੰਡ ਦਿਓਏ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਇਸ ਕਰਕੇ ਪਰਮੇਸ਼ਰ ਧਰਮ ਦੀ ਰੱਖਿਆ ਕਰਨ ਵਾਸਤੇ, ਧਰਮੀਆਂ ਦੀ ਰੱਖਿਆ ਕਰਨ ਵਾਸਤੇ ਸਰਗੁਣ ਸਰੂਪ ਦੇ ਵਿੱਚ ਮਾਤ ਲੋਕ ਦੇ ਉੱਤੇ ਆਉਂਦਾ ਹੀ ਆਉਂਦਾ ਹੈ। ਅਸੀਂ ਵੀ ਧਰਮ ਨੂੰ ਬਚਾਉਣ ਵਾਸਤੇ, ਔਰ ਉਹ ਸਾਧੂ ਜਨ ਜਿਹੜੇ ਧਰਮ ਧਾਰੀ ਸਨ, ਜਿਨ੍ਹਾਂ ਨੂੰ ਜ਼ਾਲਮ ਦੁੱਖ ਦੇ ਰਹੇ ਸਨ, ਉਹਨਾਂ ਤੋਂ ਬਚਾਉਣ ਵਾਸਤੇ, ਉਹਨਾਂ ਧਰਮੀ ਸਾਧੂਆਂ ਦੀ ਰੱਖਿਆ ਕਰਨ ਵਾਸਤੇ ਆਏ ਹਾਂ। ਧਰਮ ਚਲਾਵਨ ਸੰਤ ਉਬਾਰਨ, ਧਰਮ ਚਲਾਉਣਾ, ਗੁਰਸਿੱਖੀ ਧਰਮ ਦੀ ਰੱਖਿਆ ਕਰਨੀ, ਔਰ ਸੰਤਾਂ ਨੂੰ, ਵਾਹਿਗੁਰੂ ਦੇ ਪਿਆਰਿਆਂ ਨੂੰ, ਜਿਹੜੇ ਧਰਮ ਦੇ ਧਾਰੀ ਹੈ,
ਉਹਨਾਂ ਦੀ ਰੱਖਿਆ ਕਰਨੀ, ਬਚਾਉਣਾ। ਦੁਸ਼ਟ ਸਭਨ ਕੋ ਮੂਲ ਉਪਾਰਨ। ਜਿਹੜੇ ਪਾਪੀ ਲੋਕ ਹੈ, ਜ਼ੁਲਮ ਅਤੇ ਪਾਪ ਕਰਨ ਵਾਲੇ, ਉਹਨਾਂ ਨੂੰ ਮੂਲ ਮੁੱਢ ਤੋਂ ਹੀ ਉਹਨਾਂ ਦੀਆਂ ਜ਼ੁਲਮ ਦੀਆਂ, ਪਾਪ ਦੀਆਂ ਜੜ੍ਹਾਂ ਪੁੱਟ ਦੇਣੀਆਂ। ਜੇ ਜੇ ਭਏ ਪਹਿਲ ਅਵਤਾਰਾ। ਜਿਨਨੇ ਸਾਡੇ ਆਉਣ ਤੋਂ ਪਹਿਲਾਂ ਅਵਤਾਰ ਆਏ ਮਾਤ ਲੋਕ ਤੇ, ਆਪ ਤਿਨ ਜਾਪ ਉਚਾਰਾ। ਉਹਨਾਂ ਨੇ ਆਪੋ ਆਪਣੀ ਮਹਿਮਾ ਦਾ, ਆਪਣੇ ਸਰੂਪ ਦਾ, ਆਪਣੇ ਸਰਗੁਣ ਸਰੀਰ ਦਾ ਕਹਿ ਲੋ, ਆਪਣੇ ਹੀ ਜਾਪ ਜਪਾਇਆ ਕਿ ਸਾਡਾ ਹੀ ਜਾਪ ਜਪੋ, ਪਰਮੇਸ਼ਰ ਦਾ ਨਾਮ ਨਹੀਂ ਜਪਾਇਆ। ਪ੍ਰਭ ਦੋਖੀ ਕੋਈ ਨਾ ਬਿਦਾਰਾ। ਪ੍ਰਭੂ ਦਾ ਜਿਹੜਾ ਦੋਖੀ ਸੀ, ਪਰਮੇਸ਼ਰ ਦੇ ਨਾਲ ਵੈਰ ਕਰਨ ਵਾਲਾ, ਉਸ ਦਾ ਨਾਸ ਨਹੀਂ ਕੀਤਾ। ਧਰਮ ਕਰਮ ਕੋ ਰਾਹੋ ਨ ਡਾਰਾ। ਪਰਮੇਸ਼ਰ ਨਾਲ ਜੋੜਨ ਵਾਲੇ ਜਿਹੜੇ ਧਰਮ ਦੇ ਸ਼ੁਭ ਕਰਮ ਸਨ, ਉਸ ਰਸਤੇ ਤੇ ਨਹੀਂ ਕਿਸੇ ਨੂੰ ਤੋਰਿਆ ਚਲਾਇਆ। ਜੇ ਜੇ ਗੌਸ ਅੰਬੀਆ ਭਏ। ਜਿਨੇ ਜਿਨੇ ਗੌਸ ਸੰਗਿਆ, ਗੌਸ ਦੀ ਸੰਗਿਆ, ਜਿਹੜਾ ਫਰਿਆਦ ਪ੍ਰਾਰਥਨਾ ਤੁਹਾਡੀ ਸੁਣ ਕੇ ਤੁਹਾਡੀ ਸਹਾਇਤਾ ਕਰੇ, ਇਸਲਾਮ ਧਰਮ ਵਿੱਚ ਉਸ ਨੂੰ ਗੌਸ ਕਿਹਾ ਜਾਂਦਾ ਹੈ। ਸ਼ਕਤੀ ਵਾਲਾ ਫਕੀਰ। ਮੁਸਲਮਾਨਾਂ ਦੇ ਵਿੱਚ ਇੱਕ ਇਹਦਾ ਖਾਸ ਦਰਜਾ ਹੈ ਗੌਸ ਫਕੀਰਾਂ ਦਾ, ਜਿਹੜੇ ਆਪਣੇ ਸਰੀਰ ਦੇ ਅੰਗਾਂ ਨੂੰ ਸਾਧਨਾ ਦੁਆਰਾ ਵੱਖਰਾ ਵੱਖਰਾ ਸਰੀਰ ਤੋਂ ਜੁਦਾ ਜੁਦਾ ਕਰ ਦਿੰਦੇ ਆ। ਇੰਨੇ ਸ਼ਕਤੀਸ਼ਾਲੀ ਜਿਹੜੇ ਹੁੰਦੇ ਆ, ਉਹਨਾਂ ਨੂੰ ਗੌਸ ਫਕੀਰ ਕਿਹਾ ਜਾਂਦਾ ਹੈ। ਇਸ ਕਰਕੇ ਜਿੰਨੇ ਵੀ ਗੌਸ, ਵੱਡੀਆਂ ਸ਼ਕਤੀਆਂ ਵਾਲੇ, ਫਰਿਆਦਾਂ ਪੁਕਾਰਾਂ ਸੁਣਨ ਵਾਲੇ, ਔਰ ਅੰਬੀਆ, ਅੰਬਰ ਤੋਂ ਪੈਗੰਬਰ ਭਾਵ ਸੰਸਾਰ ਤੇ ਆਏ ਹੋਏ ਜਿੰਨੇ ਵੀ ਨਬੀ ਸਨ, ਮੈਂ ਕਰਤ ਜਗਤ ਤੇ ਗਏ। ਮੈਂ ਕਰਦੇ ਆਪਣੀ ਪੂਜਾ ਕਰਾਉਂਦੇ ਹੋਏ ਆਪਣੇ ਨਾਲ ਜੋੜਦੇ ਸੰਸਾਰ ਤੋਂ ਤੁਰ ਗਏ। ਮਹਾਪੁਰਖ ਕਾਹੂ ਨਾ ਪਛਾਨਾ। ਜੋ ਮਹਾਪੁਰਖ ਵੱਡਾ ਸਾਰਿਆਂ ਤੋਂ ਪਰਮੇਸ਼ਰ ਹੈ, ਅਕਾਲ ਪੁਰਖ, ਉਸ ਨੂੰ ਕਿਸੇ ਨੇ ਨਹੀਂ ਪਛਾਣਿਆ। ਕਰਮ ਧਰਮ ਕੋ ਕਛੂ ਨਾ ਜਾਣਾ। ਕਰਮ ਦੇ ਜਿਹੜੇ ਧਰਮ ਦੇ ਕਰਮ ਸਨ, ਨੇਕ ਕਰਮ, ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਹੈ ਨਾ, ਦੇਹ ਸ਼ਿਵਾ ਬਰ ਮੋਹੇ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਮੇਰਾ ਖਾਲਸਾ ਕਦੇ ਸ਼ੁਭ ਕਰਮਾਂ ਤੋਂ ਪਿੱਛੇ ਨਾ ਹਟੇ। ਮਹਾਰਾਜ ਇਹ ਵਰਦਾਨ ਦਿਓ ਮੇਰੇ ਖਾਲਸੇ ਨੂੰ। ਐਸੇ ਧਰਮ ਦੇ ਜਿਹੜੇ ਕਰਮ ਸਨ, ਉਹਨਾਂ ਨੂੰ ਕਰਨਾ ਨਹੀਂ ਜਾਣਿਆ। ਅਵਰਨ ਕੀ ਆਸਾ ਕਿਛ ਨਾਹੀ। ਮਹਾਰਾਜ ਕਹਿੰਦੇ ਹੋਰਾਂ ਦੇ ਉੱਤੇ ਆਸ ਰੱਖਣ ਦੇ ਵਿੱਚ, ਉਮੀਦ ਰੱਖਣ ਦੇ ਵਿੱਚ ਕੁਝ ਵੀ ਪ੍ਰਾਪਤੀ ਨਹੀਂ ਹੁੰਦਾ। ਆਸ ਦਾ ਅਰਥ ਇੱਕ ਉਮੀਦ ਵੀ ਹੈ, ਕਿਸੇ ਤੇ ਉਮੀਦ ਰੱਖਣੀ। ਅਸੀਂ ਲੋਕ ਪ੍ਰਲੋਕ ਦਾ ਆਸਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੰਨਦੇ ਆ, ਉਹਨਾਂ ਤੇ ਉਮੀਦ ਆਸ ਰੱਖਦੇ ਹਾਂ। ਇਸ ਕਰਕੇ ਭਾਈ ਹੋਰਾਂ ਦੇ ਉੱਤੇ ਆਸਾਂ ਉਮੀਦਾਂ ਰੱਖਣ ਦੇ ਨਾਲ ਪਰਮੇਸ਼ਰ ਨੂੰ ਛੱਡ ਕੇ ਇੱਕ ਆਸ ਧਰੋ ਮਨ ਮਾਹੀ। ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇੱਕ ਵਾਹਿਗੁਰੂ ਤੇ ਉਮੀਦ ਭਰੋਸਾ ਰੱਖੋ, ਆਸਾ ਰੱਖੋ ਮਨ ਵਿੱਚ। ਆਨ ਆਸ ਉਪਜਤ ਕਿਛ ਨਾਹੀ। ਵਾਹਿਗੁਰੂ ਨੂੰ ਛੱਡ ਕੇ ਹੋਰ ਕਿਸੇ ਤੇ ਆਸ ਉਮੀਦ ਭਰੋਸਾ ਰੱਖਣ ਨਾਲ ਨਾ ਆਸਾ ਪੂਰੀ ਹੁੰਦੀ ਹੈ, ਨਾ ਕੁਝ ਪ੍ਰਾਪਤੀ ਹੁੰਦਾ ਹੈ ਜੀਵਨ ਵਿੱਚ ਸੁਖ ਆਦਿਕ। ਵਾਹ ਕੀ ਆਸ ਧਰੋ ਮਨ ਮਾਹੀ। ਵਾਹ ਉਸ ਤੇ ਵਾਹਿਗੁਰੂ ਦੀ ਆਸ ਭਰੋਸਾ ਮਨ ਦੇ ਵਿੱਚ ਰੱਖੋ। ਆਸ ਭਰੋਸਾ ਖਸਮ ਕਾ ਨਾਨਕ ਕੇ ਜੀਰੇ, ਉਸੇ ਉੱਤੇ ਭਰੋਸਾ ਕਰਨਾ ਕਰੋ। ਦੋਹਰਾ ਕੋਈ ਪੜਤ ਕੁਰਾਨ ਕੋ। ਕੋਈ ਕੁਰਾਨ ਦਾ ਪਾਠ ਕਰਦਾ ਹੈ, ਪੜ੍ਹਦਾ ਹੈ। ਕੋਈ ਪੜਤ ਪੁਰਾਨ। ਕੋਈ 18 ਪੁਰਾਣਾਂ ਦਾ ਪਾਠ ਕਰਦਾ, ਉਹਨਾਂ ਨੂੰ ਵਿਚਾਰਦਾ ਹੈ। ਕਾਲ ਨ ਸਖਤ ਬਚਾਏ ਕੈ। ਪਰ ਵਾਹਿਗੁਰੂ ਦਾ ਜਿਹੜਾ ਹੁਕਮ ਹੈ ਨਾ, ਜਿਹੜੇ ਕਾਲ ਦਾ ਅੱਗੇ ਆਗਿਆਕਾਰ ਧਰਮ ਰਾਜਾ ਹੈ, ਉਸ ਦੇ ਅੱਗੇ ਜਿਹੜੇ ਕਾਲ ਦੇ ਜਮਦੂਤ ਹਨ, ਉਹਨਾਂ ਤੋਂ ਕੋਈ ਬਚਾ ਕੇ ਰੱਖਿਆ ਨਹੀਂ ਕਰੇਗਾ, ਸਹਾਇਤਾ ਨਹੀਂ ਕਰੇਗਾ। ਹੋਕਟ ਧਰਮ ਨਿਦਾਨ। ਜਿਹੜੇ ਦਿਖਾਵੇ ਦੇ ਪਖੰਡ ਦੇ ਕਰਮ ਕਰਦੇ ਆ, ਦਿਖਾਵੇ ਦਾ ਧਰਮ ਦੁਨੀਆ ਵਿੱਚ ਵਿਖਾਉਂਦੇ ਆ, ਅੰਦਰੋਂ ਧਰਮੀ ਨਹੀਂ। ਅੰਤ ਨੂੰ ਉਹਨਾਂ ਨੂੰ ਜਮਾ ਤੋਂ ਕੋਈ ਬਚਾ ਕੇ ਉਹਨਾਂ ਦੀ ਰੱਖਿਆ ਨਹੀਂ ਕਰੇਗਾ। ਚੌਪਈ ਕਈ ਕੋਟ ਮਿਲ ਪੜਤ ਕੁਰਾਨਾ। ਕਰੋੜਾਂ ਦੀ ਗਿਣਤੀ ਵਿੱਚ ਮਿਲ ਕੇ ਲੋਕ ਕੁਰਾਨ ਨੂੰ ਪੜ੍ਹਦੇ ਆ। ਬਾਚਤ ਕਿਤੇ ਪੁਰਾਨ ਅਜਾਨਾ। ਅਗਿਆਨੀ ਲੋਕ ਪੁਰਾਣਾਂ ਨੂੰ ਵੀ ਵਿਚਾਰਦੇ ਆ, ਉਹਨਾਂ ਦਾ ਪਾਠ ਪਠਨ ਕਰਦੇ ਆ। ਅੰਤ ਕਾਲ ਕੋਈ ਕਾਮ ਨ ਆਵਾ। ਇਹ ਭਾਵ ਸਤਿਗੁਰੂ ਜੀ ਇੱਥੇ ਇਹ ਲੈ ਰਹੇ ਆ
ਕਿ ਕੋਈ ਕੁਰਾਨ ਪੜ੍ਹਨ ਵਾਲਾ ਪ੍ਰੇਮੀ ਜਾਂ ਪੁਰਾਣਾਂ ਦਾ ਪ੍ਰੇਮੀ ਇਹ ਨਾ ਸਮਝ ਲਵੇ ਕਿ ਸਤਿਗੁਰੂ ਜੀ ਨੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਕਰਕੇ ਨਿਖੇਧੀ ਕੀਤੀ ਹੈ। ਅਸਲ ਤਾਤ ਪਰਜ ਕੀ ਕਹਿ ਰਹੇ ਹੈ ਸੱਚੇ ਪਾਤਸ਼ਾਹ ਕਿ ਅੰਤ ਦੇ ਸਮੇਂ ਇਹਨਾਂ ਵਿੱਚੋਂ ਕੋਈ ਕੰਮ ਨਹੀਂ ਆਉਂਦਾ ਜੇ ਜੀਵਨ ਵਿੱਚ ਇਹਨਾਂ ਦੀ ਸਿੱਖਿਆ ਨੂੰ ਧਾਰਨ ਕਰਕੇ ਕਮਾਇਆ ਨਹੀਂ। ਕੇਵਲ ਰੋਜੀ ਵਾਸਤੇ ਜਾਂ ਦੁਨੀਆ ਵਿੱਚ ਪੂਜਾ ਕਰਾਉਣ ਵਾਸਤੇ ਦਿਖਾਵੇ ਲਈ ਕੁਰਾਨ ਪੜ੍ਹਦਾ, ਪੁਰਾਣਾਂ ਦਾ ਪਾਠ ਕਰਦਾ, ਫਿਰ ਉਹਨਾਂ ਦਾ ਕੋਈ ਵੀ ਵਿਚਾਰ ਨਹੀਂ ਹੋਏਗਾ, ਰੱਖਿਆ ਨਹੀਂ ਹੋਏਗੀ। ਅੰਤ ਨੂੰ ਦਾਵ ਕਾਲ ਕਾਹੂ ਨ ਬਚਾਵਾ, ਕਾਲ ਦਾ ਦਾ ਲੱਗਣ ਤੋਂ ਕੋਈ ਨਹੀਂ ਬਚਾ ਸਕੇਗਾ, ਰੱਖਿਆ ਨਹੀਂ ਕਰ ਸਕੇਗਾ। ਐਸੇ ਜਿਹੜੇ ਦਿਖਾਵੇ ਦੇ ਕਰਮ ਹਨ। ਕਿਉ ਨ ਜਪੋ ਤਾਕੋ ਤੁਮ ਭਾਈ, ਇਹ ਭਾਈ ਕਿਉਂ ਨਹੀਂ ਉਸ ਵਾਹਿਗੁਰੂ ਦਾ ਨਾਮ ਜਪਦੇ ਤੁਸੀਂ? ਅੰਤ ਕਾਲ ਜੋ ਹੋਏ ਸਹਾਈ, ਅੰਤ ਨੂੰ ਜੋ ਤੁਹਾਡੀ ਸਹਾਇਤਾ ਕਰੇਗਾ, ਰੱਖਿਆ ਕਰੇਗਾ। ਫੋਕਟ ਧਰਮ ਲਖੋ ਕਰ ਭਰਮਾ, ਜਿਹੜੇ ਅਗਿਆਨੀ ਲੋਕ ਦਿਖਾਵੇ ਦੇ ਧਰਮ ਦੇ ਕਰਮ ਕਰਦੇ ਆ ਉਹ ਫੋਕਟ ਖਾਲੀ ਹਨ, ਉਹਨਾਂ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਜਾਣ ਲਓ ਭਰਮ ਵਿੱਚ ਫਸੇ ਹੋਏ ਐ। ਇਨ ਤੇ ਸਰਤ ਨਾ ਕੋਈ ਕਰਮ, ਦਿਖਾਵੇ ਦੇ ਕਰਮ ਕਰਨ ਦੇ ਨਾਲ ਕੋਈ ਕਾਰਜ ਨਹੀਂ, ਸੌਰ ਦਾ ਨਾ ਲੋਕ ਦਾ ਨਾ ਪਰਲੋਕ ਦਾ। ਇਹ ਕਾਰਨ ਪ੍ਰਭ ਹਮੈ ਬਨਾਇਓ, ਇਸੇ ਕਰਕੇ ਪ੍ਰਭੂ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਸਾਜਿਆ ਹੈ, ਤਿਆਰ ਕਰਕੇ ਸੰਸਾਰ ਤੇ ਭੇਜਿਆ ਹੈ। ਭੇਦ ਭਾਖ ਇਹ ਲੋਕ ਪਠਾਇਓ, ਇਹ ਪਤੇ ਦੀ ਸ਼ੁਭ ਸਿੱਖਿਆ ਸ਼ੁਭ ਬਚਨ ਕਹਿ ਕੇ ਸਾਨੂੰ ਮਾਤ ਲੋਕ ਤੇ ਕੀ ਆਗਿਆ ਕਰਕੇ ਭੇਜਿਆ। ਜੋ ਤਿਨ ਕਹਾ ਸੋ ਸਭਨ ਉਚਰੋ, ਜੋ ਪਰਮੇਸ਼ਰ ਨੇ ਕਿਹਾ ਉਹ ਸਾਰਿਆਂ ਨੂੰ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਕੇ ਦੱਸਦੇ ਹਾਂ। ਡਿੰਬ ਵਿੰਬ ਕਿਛ ਨੈਕ ਨਾ ਕਰੋ, ਜਿਹੜੇ ਦਿਖਾਵੇ ਦੇ ਪਖੰਡ ਦੇ ਕਰਮ ਹਨ ਨਾ ਉਹ ਨੈਕ ਰੱਤੀ ਜਿੰਨਾ ਵੀ ਥੋੜਾ ਜਿੰਨਾ ਵੀ ਅਸੀਂ ਕਦੇ ਨਹੀਂ ਕਰਾਂਗੇ। ਦਿਖਾਵੇ ਦੇ ਜਿਹੜੇ ਪਖੰਡ ਦੇ ਕਰਮ ਹਨ। ਰਸਾਵਲ ਛੰਦ ਨਾ ਜਟਾ ਮੂੰਡ ਧਾਰੋ, ਨਾ ਸਿਰ ਤੇ ਮੂੰਹ ਤੇ ਜਟਾ ਨਹੀਂ ਧਾਰਨ ਕਰਾਂਗੇ, ਜਟਾ ਨਹੀਂ ਵਧਾਵਾਂਗੇ। ਨਾ ਮੁੰਦਰ ਕਾ ਸਵਾਰੋ, ਨਾ ਕੰਨਾਂ ਵਿੱਚ ਮੁੰਦਰਾਂ ਸਵਾਰ ਸਵਾਰ ਕੇ ਕੰਨ ਪਾੜ ਕੇ ਜੋਗੀਆਂ ਦੀ ਤਰ੍ਹਾਂ ਪਵਾਵਾਂਗੇ ਨਾ ਪਾਵਾਂਗੇ। ਜਪੋ ਤਾਸ ਨਾਮ, ਇਸ ਵਾਹਿਗੁਰੂ ਦਾ ਨਾਮ ਜਪਾਂਗੇ। ਸਰੈ ਸਰਬ ਕਾਮ, ਜੋ ਸਾਰੇ ਕੰਮ ਸਵਾਰਨ ਵਾਲਾ ਹੈ। ਨਾ ਨੈਨੰ ਮਿਚਾਊ, ਨਾ ਹੀ ਅੱਖਾਂ ਬੰਦ ਕਰਕੇ ਲੋਕਾਂ ਨੂੰ ਵੱਡਾ ਸਮਾਧੀ ਵਿੱਚ ਬੈਠਣ ਵਾਲਾ ਪਖੰਡੀ ਬਣ ਕੇ ਨਹੀਂ ਦਿਖਾਵਾਂਗੇ। ਨਾ ਡਿੰਬੰ ਦਿਖਾਊ, ਨਾ ਕੋਈ ਪਖੰਡੀ ਦਿਖਾਵਾਂਗੇ। ਇਹੋ ਜਿਹਾ ਕੋਈ ਦੁਨੀਆ ਨੂੰ ਭਰਮ ਦਾ ਔਰ ਪਖੰਡ ਦਾ ਦਿਖਾਵਾ ਦਿਖਾ ਕੇ ਪੂਜਾ ਨਹੀਂ ਕਰਾਂਗੇ। ਨਾ ਕੁਕਰਮੰ ਕਮਾਊ, ਨਾ ਖੋਟੇ ਕਰਮ ਕਮਾਉਣ ਦੀ ਆਗਿਆ ਦੇਵਾਂਗੇ। ਨਾ ਭੇਖੀ ਕਹਾਊ, ਨਾ ਹੀ ਭੇਖੀ ਕਹਾਵਾਂਗੇ ਕਿ ਅਸੀਂ ਆਹ ਲਿਬਾਸ ਧਾਰਿਆ। ਭੇਖੀ ਬਣ ਕੇ ਵੀ ਤਰ੍ਹਾਂ ਤਰ੍ਹਾਂ ਦੇ ਲਿਬਾਸ ਨਹੀਂ ਬਣਾਵਾਂਗੇ। ਇੱਕੋ ਹੀ ਸਾਬਤ ਸੂਰਤ ਖਾਲਸੇ ਦੀ ਰਹਿਣੀ ਵਾਲਾ, ਸਾਬਤ ਸੂਰਤ ਗੁਰਸਿੱਖੀ ਵਾਲਾ ਲਿਬਾਸ ਬਾਣਾ ਬਾਣੀ ਦੇਾਂਗੇ। ਚੌਪਈ ਜੇ ਜੇ ਭਇਖ ਸੋ ਤਨ ਮੈਂ ਧਾਰੈ, ਜਿਹੜੇ ਵੱਖੋ ਵੱਖਰੇ ਭੇਖ ਕਦੇ ਆ ਪਾ ਲਿਆ ਫਿਰ ਦੂਜਾ ਧਾਰਨ ਕਰ ਲਿਆ, ਤੀਜਾ ਇਹੋ ਜਿਹੇ ਲਿਬਾਸ ਪਖੰਡ ਦੇ ਧਾਰਦੇ ਆ। ਤੇ ਪ੍ਰਭ ਜਨ ਕਛ ਕਹਿ ਨਾ ਵਿਚਾਰੈ, ਉਹਨਾਂ ਨੂੰ ਪ੍ਰਭੂ ਦੇ ਪ੍ਰੇਮ ਦੀ ਥੋੜੀ ਜਿੰਨੀ ਵੀ ਵਿਚਾਰ ਸੋਝੀ ਗਿਆਤ ਜੀਵਨ ਵਿੱਚ ਪ੍ਰਾਪਤ ਨਹੀਂ ਹੁੰਦੀ। ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਤਿੰਨ ਬਚਨ ਕਿਹਾ ਕਰਦੇ ਸਨ। ਕਹਿੰਦੇ ਭਾਈ ਇੱਕ ਤਾਂ ਬਹੁਤਾ ਅਮੀਰਾਂ ਨੂੰ ਮਿਲਣ ਦੀ ਇੱਛਾ ਰੱਖਣ ਵਾਲਾ ਵਿਅਕਤੀ, ਇੱਕ ਪਖੰਡ ਦੇ ਬਾਰ-ਬਾਰ ਲਿਬਾਸ ਅਤੇ ਭੇਖ ਦਿਖਾਉਣ ਵਾਲਾ, ਇੱਕ ਚਲੀਸੇ ਕਰ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਲਾ, ਇਹਨਾਂ ਤਿੰਨਾਂ ਨੂੰ ਪਰਮੇਸ਼ਰ ਨਹੀਂ ਕਦੇ ਮਿਲ ਸਕਦਾ। ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਕਰਕੇ ਮਹਾਰਾਜ ਕਹਿ ਰਹੇ ਹੈ ਕਿ ਉਹਨਾਂ ਨੂੰ ਭਾਈ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਪ੍ਰੇਮ ਦੀ ਵਿਚਾਰ ਨਹੀਂ ਪੈਦਾ ਹੋਈ, ਜਿਨ੍ਹਾਂ ਨੇ ਵੱਖੋ ਵੱਖਰੇ ਭੇਖ ਲਿਬਾਸ ਕਦੇ ਉਹ ਪਾ ਲਿਆ ਕਦੇ ਉਹ ਪਾ ਲਿਆ, ਉਹ ਬਣਾਵਟ ਬਣਾਈ ਹੈ। ਤੇ ਪ੍ਰਭ ਜਨ ਕਛ ਕਹਿ ਨਾ ਵਿਚਾਰ, ਉਹਨਾਂ ਨੂੰ ਪ੍ਰਭੂ ਦੀ ਵਿਚਾਰ ਸੋਝੀ ਗਿਆਤ ਨਹੀਂ ਪ੍ਰਾਪਤ ਹੁੰਦੀ ਹਿਰਦੇ ਵਿੱਚ। ਸਮਝ ਲਿਓ ਸਭ ਜਨ ਮਨ ਮਾਹੀ, ਸਾਰੇ ਜਾਨ ਪਿਆਰਿਓ ਮਨ ਵਿੱਚ ਇਹ ਸਮਝ ਲਓ ਚੰਗੀ ਤਰ੍ਹਾਂ ਸਿੱਖਿਆ। ਡਿੰਬਨ ਮੈਂ ਪਰਮੇਸ਼ਰ ਨਾਹੀ, ਪਖੰਡ ਦੇ ਦਿਖਾਵੇ ਕਰਨ ਵਿੱਚ ਔਰ ਬਣਾਉਣ ਵਿੱਚ ਪਰਮੇਸ਼ਰ ਨਹੀਂ ਕਦੇ ਮਿਲਦਾ। ਜੇ ਜੇ ਕਰਮ ਕਰ ਡਿੰਬ ਦਿਖਾਹੀ, ਜਿਹੜੇ ਪਖੰਡ ਦੇ ਕਰਮ ਕਰਕੇ ਦੁਨੀਆ ਨੂੰ ਦਿਖਾਵਾ ਦਿਖਾਉਂਦੇ ਆਪਣੇ ਧਰਮੀ ਬਣਨ ਦਾ
ਲੋਕਾਂ ਦੇ ਵਿੱਚ ਇੱਕ ਭਰਮ ਪੈਦਾ ਕਰਦੇ ਆ, ਦਿਖਾਵਾ ਕਰਦੇ ਆ। ਤਿਨ ਪਰਲੋਕਨ ਮੋਗਤ ਨਾਹੀ। ਪਰਲੋਕ ਦੇ ਵਿੱਚ ਔਰ ਇਸ ਲੋਕ ਵਿੱਚ ਲੋਕਾਂ ਵਿੱਚ ਵੀ ਉਹਨਾਂ ਦੀ ਗਤੀ ਨਹੀਂ ਤੇ ਪਰਲੋਕ ਵਿੱਚ ਵੀ ਕਲਿਆਣ ਨਹੀਂ ਹੁੰਦੀ। ਜੀਵਤ ਚਲਤ ਜਗਤ ਕੇ ਕਾਜਾ। ਪਖੰਡ ਕਰਕੇ ਦਿਖਾਉਣ ਨਾਲ ਜਿਉਂਦਿਆਂ ਜੀ ਤਾਂ ਸੰਸਾਰ ਵਿੱਚ ਤੋਰੀ ਫੁਲਕਾ ਚੰਗਾ ਚੱਲਦਾ ਹੈ। ਸਵਾਂਗ ਦੇਖ ਕਰ ਪੂਜਤ ਰਾਜਾ। ਵੱਖ ਵੱਖ ਸਵਾਂਗ ਧਾਰੇ ਹੋਏ, ਭੇਖ ਧਾਰੇ ਹੋਏ ਦੇਖ ਕੇ ਰਾਜੇ ਲੋਕ ਪੂਜਾ ਕਰ ਦਿੰਦੇ ਆ 4 ਦਿਨ। ਸਵਾਂਗਨ ਮੈਂ ਪਰਮੇਸ਼ਰ ਨਾਹੀ। ਪਰ ਵੱਖਰੇ ਵੱਖਰੇ ਪਖੰਡ ਦੇ ਲਿਬਾਸ ਪਾਉਣ ਨਾਲ ਪਰਮੇਸ਼ਰ ਨਹੀਂ ਕਦੇ ਪ੍ਰਾਪਤ ਹੁੰਦਾ, ਮਿਲਦਾ ਨਹੀਂ। ਖੋਜ ਫਿਰੈ ਸਭ ਹੀ ਕੋ ਕਾਹੀ। ਉਹ ਕਾਹੀ ਭਾਈ ਇਹ ਗੱਲ ਖੋਜ ਕੇ ਹਰ ਕੋਈ ਭਾਵੇਂ ਸੰਸਾਰ ਵਿੱਚ ਜਿੱਥੇ ਮਰਜੀ ਵੇਖ ਕੇ ਤੁਰ ਕੇ ਢੂੰਡ ਕੇ ਤੱਕ ਲੋ, ਦਿਖਾਵਿਆਂ ਵਿੱਚ ਪਰਮੇਸ਼ਰ ਨਹੀਂ ਕਦੇ ਰੀਝਦਾ। ਆਪਣੋ ਮਨ ਕਰ ਮੋਜਹਿ ਆਨਾ। ਜਿਨ੍ਹਾਂ ਨੇ ਆਪਣਾ ਮਨ ਗੁਰੂ ਦੀ ਕਿਰਪਾ ਨਾਲ ਭਗਤੀ ਸੇਵਾ ਸਿਮਰਨ ਗੁਰਸਿੱਖੀ ਕਮਾ ਕੇ ਭਗਤੀ ਦੀ ਸਾਧਨਾ ਕਰਕੇ ਆਪਣੇ ਮਨ ਵਿੱਚ ਆਪਣੇ ਹੱਥ ਵਿੱਚ ਅਧੀਨ ਕਰ ਲਿਆ, ਆਪਣੇ ਮਨ ਨੂੰ ਹੁਕਮ ਵਿੱਚ ਕਰ ਲਿਆ ਵਾਹਿਗੁਰੂ ਦੇ। ਵਾਰ ਬ੍ਰਹਮ ਕੋ ਤਿਨੀ ਪਛਾਨਾ। ਪਰਮੇਸ਼ਰ ਦੀ ਪਹਿਚਾਨ ਗਿਆਤ ਪ੍ਰਾਪਤੀ ਉਹਨਾਂ ਨੂੰ ਹੋਈ ਹੈ। ਦੋਹਰਾ ਭੇਖ ਦਿਖਾਏ ਜਗਤ ਕੋ। ਜਿਹੜੇ ਜਗਤ ਨੂੰ ਜੀਵਾਂ ਨੂੰ ਭੇਖ ਦਿਖਾਉਂਦੇ ਆ ਪਖੰਡ ਦੇ। ਲੋਕਨ ਕੋ ਬਸ ਕੀਨ। ਲੋਕਾਂ ਨੂੰ ਆਪਣੇ ਅਧੀਨ ਕੀਤਾ ਪੂਜਾ ਕਰਾਉਣ ਵਾਸਤੇ। ਅੰਤ ਕਾਲ ਕਾਤੀ ਕਟਿਓ। ਅੰਤ ਨੂੰ ਕਾਲ ਜਦੋਂ ਉਹਨਾਂ ਦੀ ਪ੍ਰਾਣਾਂ ਦੀ ਜਿਹੜੀ ਧਾਰਾ ਉਸ ਨੂੰ ਸਰੀਰ ਨਾਲ ਜਦੋਂ ਕਾਲ ਦੀ ਕਾਤੀ ਨਾਲ ਕੱਟੇਗਾ, ਬਾਸ ਨਰਕ ਮੋਲੀਨ। ਕਾਲ ਦੀ ਛੁਰੀ ਨਾਲ ਜਦੋਂ ਕੱਟ ਲਵੇਗਾ ਫਿਰ ਉਹਨਾਂ ਨੂੰ ਨਰਕਾਂ ਵਿੱਚ ਵਾਸਾ ਮਿਲੇਗਾ ਪਖੰਡੀਆਂ ਨੂੰ। ਚੌਪਈ ਜੇ ਜੇ ਜਗ ਕੋ ਡਿੰਬ ਦਿਖਾਵੇ। ਜਿਹੜੇ ਲੋਕਾਂ ਨੂੰ ਭਾਈ ਡਿੰਬ ਪਖੰਡ ਦਿਖਾਉਂਦੇ ਆ, ਦਿਖਾਵਾ ਕਰਦੇ ਆ। ਲੋਕਨ ਮੂੰਡ ਅਦਕ ਸੁਖ ਪਾਵੇ। ਭੋਲੇ ਭਾਲੇ ਲੋਕਾਂ ਨੂੰ ਮੁੰਨ ਕੇ ਭਾਵ ਉਹਨਾਂ ਨੂੰ ਆਪਣੇ ਵਲ ਛਲ ਵਿੱਚ ਲਿਆ ਕੇ ਬਹੁਤਾ ਸੁੱਖ ਤਾਂ ਪਾਉਂਦੇ ਆ ਉਹਨਾਂ ਕੋਲੋਂ ਮਾਇਆ ਪਦਾਰਥ ਲੈ ਕੇ। ਨਾਸਾ ਮੂੰਦ ਕਰੈ ਪ੍ਰਣਾਮ। ਨੱਕ ਬੰਦ ਕਰਕੇ ਨਮਸਕਾਰਾਂ ਵੀ ਕਰਾਉਂਦੇ ਆ, ਕਰਦੇ ਵੀ ਆ, ਇਹੋ ਜਿਹਾ ਦਿਖਾਵਾ ਵੀ ਕਰਦੇ ਆ ਕਿ ਮੇਰੇ ਸਵਾਸ ਦਸਮ ਦੁਆਰ ਵਿੱਚ ਚੜਾਏ ਹੋਏ ਆ। ਭੋਕਟ ਧਰਮ ਨਾ ਕੌਡੀ ਕੰਮ। ਐਸੇ ਦਿਖਾਵੇ ਦੇ ਕਰਮ ਕੌਡੀ ਜਿੰਨਾ ਕੰਮ ਵੀ ਨਹੀਂ ਆਉਂਦੇ। ਐਸੇ ਜਿਹੜੇ ਦਿਖਾਵੇ ਦੇ ਧਰਮ ਦੇ ਕਰਮ ਕਰਦੇ ਆ ਜਿਹੜੇ ਲੋਕ। ਭੋਕਟ ਧਰਮ ਜਿਤੇ ਜਗ ਕਰਹੀ। ਜਿੰਨਾ ਵੀ ਸੰਸਾਰ ਦਿਖਾਵੇ ਦੇ ਜਿਹੜਾ ਕੋਈ ਕਰਮ ਕਰਦਾ ਹੈ ਪਖੰਡ ਦੇ, ਨਰਕ ਕੁੰਡ ਭੀਤਰ ਤੇ ਪਰਹੀ। ਨਰਕਾਂ ਦੇ ਕੁੰਡ ਦੇ ਵਿੱਚ ਜਾ ਕੇ ਪੈਂਦੇ ਆ ਭਾਈ। ਹਾਥ ਹਲਾਏ ਸੁਰਗ ਨਾ ਜਾਹੂ। ਕਈ ਲੋਕ ਹੱਥ ਦੇ ਥਾਪੜੇ ਦਿੰਦੇ ਆ, ਅਰੇ ਇਹ ਕਹਿੰਦੇ ਮੈਂ ਤੈਨੂੰ ਸਵਰਗਾਂ ਨੂੰ ਸਿੱਧਾ ਲੈ ਜਾਵਾਂਗਾ। ਇਹੋ ਜਿਹੇ ਦਿਖਾਵੇ ਕਰਨ ਵਾਲੇ ਕਦੇ ਸਵਰਗਾਂ ਨੂੰ ਨਹੀਂ ਜਾਂਦੇ। ਜੋ ਮਨ ਜੀਤ ਸਕਾ ਨਹੀਂ ਕਾਹੂ। ਜਿਨ੍ਹਾਂ ਨੇ ਭਾਈ ਮਨ ਨੂੰ ਨਹੀਂ ਜਿੱਤ ਸਕਿਆ ਕੋਈ, ਉਹ ਦਰਗਾਹ ਦੇ ਵਿੱਚ ਨਹੀਂ ਜਾ ਸਕਣਗੇ। ਕਬ ਬਾਚ ਦੋਹਰਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਚਾਰਨ ਕਰਦੇ ਅਗਲਾ ਦੋਹਰਾ। ਜੋ ਨਿਜ ਪ੍ਰਭ ਮੋ ਸੋ ਕਹਾ। ਜੋ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਕਹਿਆ ਆਗਿਆ ਕੀਤੀ ਹੈ, ਸੋ ਕਹੇ ਹੋ ਜਗ ਮਾਹੇ। ਉਹੀ ਸੰਸਾਰ ਵਿੱਚ ਆ ਕੇ ਹੁਕਮ ਪਰਮੇਸ਼ਰ ਦਾ ਕਹਿਆ ਦੱਸਿਆ, ਸੰਸਾਰ ਨੂੰ ਸੁਣਾਇਆ ਡੰਕੇ ਦੀ ਚੋਟ ਦੇ ਨਾਲ। ਜੋ ਤੇ ਪ੍ਰਭ ਕਉ ਧਿਆਏ ਹੈ। ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਗੇ, ਉਹਦਾ ਸਿਮਰਨ ਕਰਨਗੇ, ਅੰਤ ਸੁਰਗ ਕੋ ਜਾਹੇ। ਉਹੀ ਅੰਤ ਨੂੰ ਸੱਚਖੰਡ ਦੇ ਵਿੱਚ ਜਾਣਗੇ, ਗੁਰਪੁਰੀ ਵਿੱਚ ਵਾਸਾ ਹੋਏਗਾ। ਦੋਹਰਾ ਹਰ ਹਰ ਜਨ ਦੁਈ ਏਕ ਹੈ। ਜਿਹੜੇ ਨਾਮ ਨੂੰ ਧਿਆਉਂਦੇ ਉਹ ਹਰੀ ਦੇ ਜਨ ਬਣ ਜਾਂਦੇ ਆ। ਹਰੀ ਦੇ ਜਨ ਜਿਹੜੇ ਵਾਹਿਗੁਰੂ ਦੇ ਵਿੱਚ ਅਭੇਦ ਹੋ ਗਏ ਆ, ਉਹਨਾਂ ਵਿੱਚ ਅਤੇ ਵਾਹਿਗੁਰੂ ਵਿੱਚ ਬਿਬ ਵਿਚਾਰ ਕਛ ਨਾਹੇ। ਕੋਈ ਭੇਦ ਫਰਕ ਨਹੀਂ ਹੈ ਰੰਚਕ ਜਿੰਨਾ। ਇਹ ਭਾਈ ਚੰਗੀ ਤਰ੍ਹਾਂ ਵਿਚਾਰ ਕਰ ਲਓ ਮਨ ਦੇ ਵਿੱਚ। ਪਰਮੇਸ਼ਰ ਦੇ ਪਿਆਰੇ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਇਹ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਜਲ ਤੇ ਉਪਜ ਤਰੰਗ ਜਿਉ। ਜਿਵੇਂ ਪਾਣੀ ਵਿੱਚੋਂ ਲਹਿਰਾਂ ਬੁੱਧਬੁੱਧੇ ਪੈਦਾ ਹੁੰਦੇ ਆ, ਜਲ ਹੀ ਬਿਖੈ ਸਮਾਹੇ। ਫਿਰ ਉਹ ਪਾਣੀ ਵਿੱਚ ਹੀ ਮਿਲ ਜਾਂਦੇ ਆ। ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਦੇ ਹੁਕਮ ਵਿੱਚ ਆਉਂਦੇ ਆ, ਪਰਮੇਸ਼ਰ ਵਿੱਚ ਹੀ ਜਾ ਕੇ ਲੀਨ ਹੋ ਜਾਂਦੇ ਆ। ਚੌਪਈ ਜੇ ਜੇ ਬਾਦ ਕਰਤ ਹੰਕਾਰਾ। ਜਿਹੜੇ ਹੰਕਾਰ ਕਰਕੇ ਝਗੜੇ ਕਰਦੇ ਆ ਦੁਨੀਆ 'ਚ ਕਿ ਮੈਂ ਵੱਡਾ ਸਭ ਤੋਂ ਸ਼੍ਰੋਮਣੀ ਆ। ਤਿਨ ਤੇ ਭਿੰਨ ਰਹਿਤ ਕਰਤਾਰਾ। ਹੰਕਾਰੀਆਂ ਤੋਂ ਪਰਮੇਸ਼ਰ ਵੱਖ ਰਹਿੰਦਾ, ਕਦੇ ਉਹਨਾਂ ਨੂੰ ਵਾਹਿਗੁਰੂ ਨਹੀਂ ਮਿਲਦਾ। ਬੰਦੇ ਦੇ
ਸਾਰੇ ਗੁਨਾਹ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਬਖਸ਼ ਦਿੰਦਾ। ਕਾਮੀ ਨੂੰ ਵੀ ਬਖਸ਼ ਦਿੰਦਾ, ਕ੍ਰੋਧੀ ਨੂੰ ਵੀ, ਲੋਭੀ ਨੂੰ ਵੀ, ਮੋਹੀ ਨੂੰ ਵੀ। ਪਰ ਗੁਰਬਾਣੀ ਦਾ ਫੈਸਲਾ ਹਰ ਜੂ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਹੰਕਾਰ ਨਹੀਂ ਪਰਮੇਸ਼ਰ ਨੂੰ ਕਿਸੇ ਦਾ ਚੰਗਾ ਲੱਗਦਾ। ਹੰਕਾਰ ਸਭ ਤੋਂ ਭੈੜਾ ਗੁਨਾਹ ਹੈ। ਹੰਕਾਰੀ ਨੂੰ ਵਾਹਿਗੁਰੂ ਕਦੇ ਆਪਣੀ ਦਰਗਾਹ ਵਿੱਚ ਥਾਂ ਨਹੀਂ ਦਿੰਦਾ। ਇਸ ਕਰਕੇ ਹੰਕਾਰੀ ਤੋਂ ਵਾਹਿਗੁਰੂ ਵੱਖਰਾ ਰਹਿੰਦਾ ਹੈ, ਨੇੜੇ ਨਹੀਂ ਜਾਂਦਾ। ਤਿੰਨ ਤੇ ਭਿੰਨ ਰਹਿਤ ਕਰਤਾਰਾ, ਵੇਦ ਕਤੇਬ ਵਿਖੈ ਹਰ ਨਾਹੀ। ਵੇਦਾਂ ਦਾ ਔਰ ਕੁਤੇਬਾਂ ਦਾ ਸਿਧਾਂਤ ਕਮਾਇਆ ਤੋਂ ਬਿਨਾ ਕੇਵਲ ਪੜਨ ਦੇ ਨਾਲ ਜੇ ਕਵੇ ਪਰਮੇਸ਼ਰ ਮਿਲ ਜਾਏਗਾ, ਨਹੀਂ ਮਿਲਦਾ। ਜਾਣ ਲਿਓ ਹਰ ਜਨ ਮਨ ਮਾਹੀ, ਮਨ ਵਿੱਚ ਜਾਣ ਲਓ ਹਰੀ ਦੇ ਜਨ ਪਿਆਰਿਓ ਚੰਗੀ ਤਰ੍ਹਾਂ। ਆਂਖ ਮੂੰਦ ਕੋ ਡਿੰਬ ਦਿਖਾਵੇ, ਅੱਖਾਂ ਬੰਦ ਕਰਕੇ ਕੋਈ ਪਖੰਡ ਕਰਕੇ ਦਿਖਾਉਂਦਾ ਮੈਂ ਵੱਡਾ ਸੰਤ ਸਾਧੂ ਸਿੱਧ ਜੋਗੀ ਹਾਂ। ਅੰਦਰ ਕੀ ਪਦਵੀ ਕਹਿ ਪਾਵੇ, ਇਸ ਜਨਮ ਤੋਂ ਬਾਅਦ ਅੱਗੇ ਜਦੋਂ ਜਨਮ ਮਿਲੇਗਾ, ਅੰਨਾ ਹੋ ਕੇ ਦੁਨੀਆ ਵਿੱਚ ਜਨਮ ਲਵੇਗਾ, ਉਸ ਨੂੰ ਅੰਨਾ ਬਣਨਾ ਪਵੇਗਾ। ਆਂਖ ਮੀਚ ਮਗ ਸੂਝ ਨਾ ਜਾਈ, ਅੱਖਾਂ ਬੰਦ ਕਰਨ ਨਾਲ ਤਾਂ ਪ੍ਰਤੱਖ ਰਸਤਾ ਨਹੀਂ ਦਿਖਾਈ ਦਿੰਦਾ। ਕਾਹੇ ਅਨੰਤ ਮਿਲੈ ਕਿਮ ਭਾਈ, ਅੰਤ ਤੋਂ ਰਹਿਤ ਭਾਈ ਪਰਮੇਸ਼ਰ ਉਹਨਾਂ ਨੂੰ ਕਿਵੇਂ ਮਿਲ ਸਕੇਗਾ, ਨਹੀਂ ਮਿਲਦਾ। ਬਹੁ ਵਿਸਤਾਰ ਕਹਿ ਲਓ ਕੋਈ ਕਹੈ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੀ ਇਸ ਮਹਿਮਾ ਦਾ, ਉਸ ਦੇ ਗੁਣਾਂ ਦਾ ਔਰ ਉਹਦੀ ਵਿਚਾਰ ਦਾ ਜਿਹੜਾ ਵਿਸਥਾਰ ਹੈ, ਕਿੱਥੋਂ ਤੱਕ ਕਹਿ ਕੇ ਕਹਿ ਸਕਦੇ ਹਾਂ। ਸਮਝਤ ਬਾਤ ਭਗਤ ਹੋਏ ਰਹੇ, ਵਾਹਿਗੁਰੂ ਦੀ ਮਹਿਮਾ ਨੂੰ ਸਮਝਦਿਆਂ ਇਸ ਵਿਚਾਰ ਨੂੰ ਜੀਵ ਥੱਕ ਜਾਂਦਾ ਅੰਤ ਨੂੰ। ਪਰ ਵਾਹਿਗੁਰੂ ਦਾ ਅੰਤ ਨਹੀਂ ਕੋਈ ਪਾ ਸਕਦਾ, ਐਡਾ ਬੇਅੰਤ ਹੈ। ਰਸਨਾ ਧਰੈ ਕਈ ਜੋ ਕੋਟਾ, ਕਰੋੜਾਂ ਜਨਮਾਂ ਦੇ ਵਾਹਿਗੁਰੂ ਕਰੋੜਾਂ ਰਸਨਾ ਜ਼ੁਬਾਨਾਂ ਵੀ ਕੋਈ ਬਣਾ ਲਵੇ ਨਾ ਮਾਨ ਧਾਤਾ ਵਾਂਗੂ ਸਾਧ ਸੰਗਤ ਜੀ, ਤਾਂ ਵੀ ਵਾਹਿਗੁਰੂ ਪਰਮੇਸ਼ਰ ਦਾ ਪੂਰਾ ਜਸ ਨਹੀਂ ਗਾਇਆ ਜਾਂਦਾ। ਇਸ ਕਰਕੇ ਕਰੋੜਾਂ ਰਸਨਾ ਧਾਰਨ ਕਰਕੇ ਵੀ ਵਾਹਿਗੁਰੂ ਦੀ ਜੇ ਕੋਈ ਮਹਿਮਾ ਕਰਦੇ ਅੰਤ ਪਾਉਣਾ ਚਾਹੇ, ਤਦ ਭਗਨਤ ਤੇ ਪਰਤ ਸੋ ਟੋਟਾ। ਵਾਹਿਗੁਰੂ ਦੀ ਮਹਿਮਾ ਦੀ ਗਿਣਤੀ ਕਰਦਿਆਂ ਫੇਰ ਘਾਟਾ ਪੈ ਜਾਂਦਾ। ਪੂਰੀ ਮਹਿਮਾ ਵਡਿਆਈ ਵਾਹਿਗੁਰੂ ਦੀ ਹੋ ਨਹੀਂ ਸਕਦੀ, ਇੰਨਾ ਬੇਅੰਤ ਉਹਦੇ ਬੇਅੰਤ ਗੁਣ ਹਨ। ਦੋਹਰਾ ਜਬ ਆਇਸ ਪ੍ਰਭ ਕੋ ਪਇਓ। ਸਾਧ ਸੰਗਤ ਜੀ, ਇਸ ਅਧਿਆਇ ਦੀ ਸਮਾਪਤੀ ਤੇ ਮਹਾਰਾਜ ਕਹਿ ਰਹੇ ਆ ਕਿ ਜਦੋਂ ਵਾਹਿਗੁਰੂ ਦੀ ਆਗਿਆ ਹੋਈ ਸਾਨੂੰ ਸੱਚਖੰਡ ਵਿੱਚੋਂ ਜਨਮ ਧਰਾ ਜਗ ਆਏ, ਹੇਮਕੁੰਡ ਸਾਹਿਬ ਤੋਂ ਬਾਅਦ ਫੇਰ ਇਸ ਅਸਥਾਨ ਤੇ ਅੱਜ ਦੇ ਦਿਹਾੜੇ 1723 ਬਿਕਰਮੀ ਸੰਮਤ ਪੋਹ ਸੁਦੀ 7ਵੀਂ ਦਿਨ ਐਤਵਾਰ 1 ਜਨਵਰੀ 1665 ਬਿਕਰਮੀ ਸੰਮਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਵੇਲੇ, ਜਿਸ ਸਮੇਂ ਅੱਜ ਤੱਕ ਸਾਹਿਬ ਜੀ ਦੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਮਾਤ ਲੋਕ ਤੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਗੂਜਰੀ ਜੀ ਦੇ ਗ੍ਰਹਿ ਨੂੰ ਭਾਗ ਲਾਉਂਦਿਆਂ, ਧੰਨ ਮਾਤਾ ਦਾਦੀ ਮਾਤਾ ਨਾਨਕੀ ਜੀ ਦੇ ਘਰ ਨੂੰ ਭਾਗ ਲਾਉਂਦਿਆਂ, ਆਪਣੇ ਨਾਨਕੇ ਪਰਿਵਾਰ ਦੇ ਘਰ ਨੂੰ ਭਾਗ ਲਾਉਂਦਿਆਂ, ਬਿਹਾਰ ਦੀ ਧਰਤੀ ਨੂੰ ਭਾਗ ਲਾਉਂਦਿਆਂ, ਇਸ ਖੰਡਾਂ ਬ੍ਰਹਮੰਡਾਂ ਦੀ ਸਾਰੀ ਪ੍ਰਿਥਵੀ ਨੂੰ ਭਾਗ ਲਾਉਂਦਿਆਂ ਸੱਚੇ ਪਾਤਸ਼ਾਹ ਜੀ ਨੇ ਆ ਕੇ ਅਵਤਾਰ ਧਾਰਿਆ ਹੈ। ਅਬ ਮੈਂ ਕਥਾ ਸੰਖੇਪ ਤੇ, ਹੁਣ ਜਿਹੜੀ ਸੰਖੇਪ ਰੂਪ ਦੇ ਵਿੱਚ ਕਥਾ ਹੈ ਅਵਤਾਰ ਧਾਰਨ ਦੀ, ਸਭ ਹੂੰ ਕਹਿਤ ਸੁਨਾਏ, ਸਾਰਿਆਂ ਨੂੰ ਅੱਗੇ ਕਹਿ ਕੇ ਸਰਵਣ ਕਰਾਵਾਂਗੇ। ਇਸ ਤੋਂ ਅਗਲੇ ਚੌਪਈਆਂ ਜੋ 3 ਹਨ ਉਹਨਾਂ ਦੀ ਕਥਾ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੌਰੇ ਮਸਕੀਨ, ਜੋ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਜਥੇਦਾਰ ਸਾਹਿਬ ਹਨ, ਉਹ ਆਪ ਜੀ ਨੂੰ ਆਪਣੇ ਮੁਖਾਰ ਬਿੰਦ ਤੋਂ ਸਰਵਣ ਕਰਵਾਉਣਗੇ। ਸੋ ਸਾਧ ਸੰਗਤ ਜੀ, ਹਰ ਸਾਲ ਸਤਿਗੁਰੂ ਜੀ ਦੇ ਅਵਤਾਰ ਧਾਰਨ ਦੇ ਗੁਰਪੁਰਬ ਉੱਤੇ ਦਮਦਮੀ ਟਕਸਾਲ ਦੇ 11ਵੇਂ ਮੁਖੀ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਇਸ ਅਸਥਾਨ ਤੇ ਆ ਕੇ ਕਦੇ ਕਦੇ ਹਾਜ਼ਰੀ ਭਰਿਆ ਕਰਦੇ, ਪੈਦਲ ਤੁਰ ਕੇ ਵੀ ਉਹ ਆਏ ਇੱਥੇ। ਫਿਰ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤਾਂ ਹਰ ਗੁਰਪੁਰਬ ਤੇ ਆ ਕੇ ਜਨਮ ਦੀ ਕਥਾ, ਅਵਤਾਰ ਧਾਰਨ ਦੀ ਕਥਾ ਸੰਗਤਾਂ ਨੂੰ ਸੁਣਾਉਂਦੇ ਰਹੇ। ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਸੰਤ ਸਿਪਾਹੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ
ਮਹਾਂਪੁਰਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਇਹ ਮਹਾਂਪੁਰਖ ਆਪਣੇ ਮੁਖਾਰ ਬਿੰਦ ਤੋਂ ਸਤਿਗੁਰੂ ਜੀ ਦੇ ਜਨਮ ਦੀ ਆਤਮ ਕਥਾ ਸੰਗਤਾਂ ਨੂੰ ਆਪਣੇ ਮੁਖਾਰ ਬਿੰਦ ਤੋਂ ਹਰ ਗੁਰਪੁਰਬ ਤੇ ਆ ਕੇ ਸੁਣਾਇਆ ਕਰਦੇ ਸਨ। ਸੋ ਸਿੰਘ ਸਾਹਿਬ ਜੀ ਨੇ ਵੀ ਪਹਿਲਾਂ ਵੀ ਦਾਸ 350 ਸਾਲਾ, ਉਸ ਤੋਂ ਪਹਿਲਾਂ ਵੀ ਦਾਸ ਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਦਾ ਰਿਹਾ। ਸਿੰਘ ਸਾਹਿਬ ਜੀ ਵੱਲੋਂ ਆਗਿਆ ਸੀ, ਸੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਹਾਜ਼ਰੀ ਭਰਵਾਈ ਹੈ। ਮੈਂ ਸਾਰੀ ਸੰਗਤ ਦਾ, ਇਸੇ ਤਰ੍ਹਾਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੌਰੇ ਮਸਕੀਨ ਜੀ ਦਾ, ਤਖਤ ਸਾਹਿਬ ਜੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ, ਇਸ ਤੋਂ ਇਲਾਵਾ ਜਿੰਨੇ ਮਹਾਂਪੁਰਖ ਜਿਹੜਾ ਅੱਜ ਤੱਕ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਜੀ ਦੀ ਸੇਵਾ, ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਜੋ ਦਮਦਮੀ ਟਕਸਾਲ ਦੇ 10ਵੇਂ ਮੁਖੀ ਸਨ, ਉਹਨਾਂ ਤੋਂ ਬਰੋਸਾਏ ਸੰਤ ਬਾਬਾ ਭਾਗ ਸਿੰਘ ਜੀ ਠੱਟੇ ਟਿੱਬੇ ਵਾਲੇ, ਉਹਨਾਂ ਤੋਂ ਅੱਗੋਂ ਬਰੋਸਾਏ ਸੰਤ ਬਾਬਾ ਕਰਤਾਰ ਸਿੰਘ ਜੀ ਠੱਟੇ ਟਿੱਬੇ ਵਾਲਿਆਂ ਨੇ ਇਸ ਤਖਤ ਸਾਹਿਬ ਜੀ ਦੀ ਸਾਰੀ ਇਮਾਰਤ ਦੀ ਸੇਵਾ ਆਪ ਕਰਵਾਈ। ਔਰ ਅੱਜ ਵੀ ਉਹਨਾਂ ਮਹਾਂਪੁਰਖਾਂ ਵੱਲੋਂ ਸਾਧ ਸੰਗਤ ਜੀ ਸੰਤ ਬਾਬਾ ਗੁਰਚਰਨ ਸਿੰਘ ਜੀ, ਭਾਈ ਅਵਤਾਰ ਸਿੰਘ ਜੀ ਲੰਗਰਾਂ ਦੀ ਸੇਵਾ ਕਰ ਰਹੇ ਹੈ। ਸੰਤ ਬਾਬਾ ਮਹਿੰਦਰ ਸਿੰਘ ਜੀ ਯੂਕੇ ਵਾਲੇ ਵੀ ਇਹਨਾਂ ਸਥਾਨਾਂ ਦੀ ਤਖਤ ਸਾਹਿਬ ਤੇ ਬਹੁਤ ਵੱਡੀ ਇਮਾਰਤਾਂ ਦੀ ਸੇਵਾ ਕਰ ਰਹੇ ਹੈ। ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਬਹੁਤ ਵੱਡੀਆਂ ਸੇਵਾਵਾਂ ਕਰ ਰਹੇ ਹਨ। ਮਹਾਂਪੁਰਖ ਸੰਤ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਹਰ ਸਾਲ ਲੰਗਰ ਦੀ ਬਹੁਤ ਵੱਡੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਨਿਸ਼ਕਾਮ ਹੋ ਕੇ ਸੇਵਾਵਾਂ ਨਿਭਾ ਰਹੇ ਆ। ਬੜਾ ਵੱਡਾ ਮਹਾਂਪੁਰਖਾਂ ਦਾ ਇਹ ਉਪਰਾਲਾ ਹੈ। ਸੰਤ ਬਾਬਾ ਕੁਲਦੀਪ ਸਿੰਘ ਜੀ ਪੌਂਟਾ ਸਾਹਿਬ ਵਾਲੇ ਵੀ ਸੰਗਤ ਵਿੱਚ ਬੈਠੇ ਹੈ। ਸੰਤ ਬਾਬਾ ਕਰਮਜੀਤ ਸਿੰਘ ਜੀ ਪ੍ਰਧਾਨ ਸੇਵਾ ਪੰਥੀ, ਉਹ ਵੀ ਬੇਅੰਤ ਸੇਵਾਵਾਂ ਨਿਭਾ ਰਹੇ ਹਨ। ਮੈਂ ਸਾਰੀਆਂ ਸੰਗਤਾਂ ਨੂੰ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਾਜੀ ਹੋਈ ਜਥੇਬੰਦੀ ਦਮਦਮੀ ਟਕਸਾਲ ਵੱਲੋਂ, ਸਮੁੱਚੇ ਸੰਤ ਸਮਾਜ ਵੱਲੋਂ ਸਾਹਿਬਾਂ ਦੇ ਅਵਤਾਰ ਗੁਰਪੁਰਬ ਦੀ ਮੈਂ ਲੱਖ ਲੱਖ ਵਧਾਈ ਦਿੰਦਾ। ਆਓ ਸੰਗਤ ਜੀ ਆਪਾਂ ਸਤਿਗੁਰੂ ਜੀ ਦੇ ਗੁਰਪੁਰਬ ਤੋਂ ਸਤਿਗੁਰਾਂ ਦੀਆਂ ਖੁਸ਼ੀਆਂ ਲੈ ਕੇ ਜਾਈਏ। ਜਿਨ੍ਹਾਂ ਨੇ ਖੰਡੇ ਦਾ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਕੇਸ ਕਟਾਏ, ਸਾਬਤ ਸੂਰਤ ਕੇਸ ਰੱਖੋ, ਬਾਣੀ ਬਾਣੇ ਦੇ ਧਾਰਨੀ ਬਣੀਏ। ਸਾਧ ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਅਵਤਾਰ ਧਾਰਨ ਦੀ ਸ਼ਤਾਬਦੀ 1 ਮਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸਾਰੇ ਵਿਸ਼ਵ ਵਿੱਚ ਮਨਾਈ ਜਾ ਰਹੀ ਹੈ। ਉਸ ਸ਼ਤਾਬਦੀ ਸਮਾਗਮ ਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਵੱਧ ਚੜ੍ਹ ਕੇ ਆਉਣਾ। ਪੰਥ ਦੀਆਂ ਮਹਾਨ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ, ਸਮੁੱਚੀਆਂ ਸਿੱਖ ਸੰਪਰਦਾਵਾਂ, ਦਮਦਮੀ ਟਕਸਾਲ ਸੰਤ ਸਮਾਜ ਸਾਰੇ ਸੇਵਾਵਾਂ ਨਿਭਾ ਰਹੇ ਹੈ। ਸਤਿਗੁਰੂ ਮਹਾਰਾਜ ਆਪ ਜੀ ਦੇ ਗੁਰਪੁਰਬ ਮਨਾਉਣ ਦਾ ਸਾਰਿਆਂ ਨੂੰ ਬਲ ਬਖਸ਼ਿਸ਼ ਕਰਨ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਆ ਪੜ੍ਹਦੇ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ। ਸਾਧ ਸੰਗਤ ਜੀ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਤਮ ਕਥਾ ਆਪਣੇ ਹੱਥੀਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਨੇ ਲਿਖੀ ਹੈ ਕਿ ਬਚਿੱਤਰ ਨਾਟਕ ਜੋ ਗ੍ਰੰਥ ਹੈ ਦਸਮ ਗ੍ਰੰਥ ਦਾ ਇੱਕ ਹਿੱਸਾ। ਆਗਿਆ ਕਾਲ ਜਗ ਪ੍ਰਵੇਸ਼ ਕਰਨ। ਵਾਹਿਗੁਰੂ ਦੀ ਆਗਿਆ ਜੋ ਹੋਈ ਕਾਲ ਅਕਾਲ ਪੁਰਖ ਦੀ, ਤੇ ਸੰਸਾਰ ਵਿੱਚ ਜਿਵੇਂ ਆ ਕੇ ਅਸੀਂ ਪ੍ਰਵੇਸ਼ ਕੀਤਾ। ਨਾਮ ਖਸਟਮੋ ਧਿਆਏ। ਇਹ 6ਵਾਂ ਅਧਿਆਏ ਪੂਰਾ ਹੋ ਰਿਹਾ ਹੈ। ਸਮਾਪਤ ਮਸਤ ਸੁਭ ਮਸਤ। ਇਹਦੀ ਸਮਾਪਤੀ ਸੰਪੂਰਨਤਾ ਹੋ ਰਹੀ ਹੈ। ਸਮਾਪਤ ਅਸਤੂ ਸੁਭ ਮਸਤੂ, ਇਹ ਸੰਸਕ੍ਰਿਤ ਦੇ ਵਿੱਚੋਂ ਇਹਦੇ ਅਰਥ ਨਿਕਲਣਗੇ। ਇਹਦੀ ਸੰਪੂਰਨਤਾ ਅਸਤ ਨਾਮ ਹੋ ਰਹੀ ਹੈ। ਸ਼ੁਭਮ ਦਾ ਅਰਥ ਹੈ ਭਾਈ ਜਿਹੜਾ ਇਹ ਕਥਾ ਸੁਣੇਗਾ ਨਾ ਜਾਂ ਕਥਾ ਨੂੰ ਵਿਚਾਰੇਗਾ, ਉਹਦੀ ਕਲਿਆਣ ਹੋਵੇਗੀ, ਉਹਨੂੰ ਆਨੰਦ ਪ੍ਰਾਪਤ ਹੋਵੇਗਾ, ਉਹਨੂੰ ਖੁਸ਼ੀਆਂ ਖੇੜੇ ਪ੍ਰਾਪਤ ਹੋਣਗੇ। ਇਹ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ਾਂ ਸਾਡੇ ਉੱਤੇ ਕੀਤੀਆਂ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਜਬ ਆਏ ਸਭ ਕੋ ਪਇਓ ਜਨਮ ਧਰਾ ਜਗ ਆਏ। अब मैं कथा संक्षेप ते सब हूँ कहत सुनाए। वाहिगुरु जी का खालसा वाहिगुरु जी की। बोले सो निहाल।
ਧੰਨਵਾਦ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ, ਜਿਨ੍ਹਾਂ ਨੇ ਆਪ ਜੀ ਨੂੰ ਜਨਮ ਦੀ ਕਥਾ ਸਰਵਣ ਕਰਾਈ ਹੈ। ਹੁਣ ਆਓ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੌਹਰ, ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਉਹ ਕਥਾ ਪ੍ਰਾਰੰਭ ਕਰ ਰਹੇ ਨੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे प्राणनाथ गोविंद कृपा निधान जगत गुरु, हे संसार ताप हरण करुणा में सब दुख हरो, हे शरण जोग दयाल दीनानाथ मया करो। शरीर स्वस्थ क्षीण समय सिमरंत नानक राम दामोदर माधव है। हवाए बंदगी अबुर्द दर वजूद मरा, वगरना जो के चुनी आमदन बूद मरा। खुशस्त उमर के दर याद बेगुजरद वरना, चे हासिल अस्त अजी गुंबद कबूद मरा। दरिया ज़मां के न्यायी बयाद में मीरम, बगैर याद तो जीस्तन चे सूद मरा। दरिया ज़मां के न्यायी बयाद में मीरम, बगैर याद तो जीस्तन चे सूद मरा। सतनाम श्री वाहिगुरु साहिब जी। अत कब जन्म चौपई, मोर पित पूरब कियस प्याना। भांत भांत के तीरथ नाना, जब ही जात त्रिवेणी पाए। पुण्य दान दिन करत बिताए। परमादरणीय साहिब कमाल बारगाहे इनायत के मालक, कलयुगी जीवों के उद्धार करता, साहिब सहाबा जोत रूप हर आप, महिमा दे मालक तन 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 गुरु पिता श्री गुरु गोबिंद सिंह महाराज जी दे महान आगमी प्रकाश दिवस 354 साला आगमन दिवस मना रही गुरु प्यारी साध संगत,
ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ ਤੇ ਮਿਹਰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਵਿੱਚ ਫਿਰ ਤੋਂ ਇੱਕ ਦਫਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪਹੁੰਚ ਕੇ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਦਾਸ ਤੋਂ ਪਹਿਲਾਂ ਬਹੁਤ ਹੀ ਪਵਿੱਤਰ ਆਤਮਾ ਨਾਮ ਰਸਕ ਹਿਰਦਾ ਮਹਾਂਪੁਰਖ ਜਿਨ੍ਹਾਂ ਦੇ ਬਚਨਾਂ ਵਿੱਚ ਬਰਕਤ ਹੈ, ਨਾਮ ਨਾਲ ਰੰਗਿਆ ਹਿਰਦਾ ਹੋਵੇ, ਬੋਲਾਂ 'ਚ ਬਰਕਤ ਆ ਜਾਂਦੀ ਹੈ, ਰਸ ਆ ਜਾਂਦਾ। ਉਹ ਦੂਜਿਆਂ ਦਾ ਸਨਮਾਨ ਕਰਕੇ ਆਪਣਾ ਸਨਮਾਨ ਮਹਿਸੂਸ ਕਰਦਾ ਹੈ ਤੇ ਦੁਨੀਆ ਦੇ ਰਾਜਨੀਤਿਕ ਤੇ ਹੋਰ ਲੋਕ ਦੂਜਿਆਂ ਦਾ ਅਪਮਾਨ ਕਰਨ ਵਿੱਚ ਆਪਣਾ ਸਨਮਾਨ ਸਮਝਦੇ। ਆਪ ਜੀ ਦਾ ਆਪਣਾ ਹੀ ਘਰ ਹੈ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ। ਅਸੀਂ ਮਹਾਂਪੁਰਸ਼ਾਂ ਦੇ ਅਸਥਾਨ ਤੇ ਜਾ ਕੇ ਬੇਨਤੀ ਕਰਕੇ ਆਪ ਜੀ ਨੂੰ ਇੱਥੇ ਮਹਾਰਾਜ ਜੀ ਦੇ ਅਸਥਾਨ ਤੇ ਲੈ ਕੇ ਆਏ ਆ। ਉਹਨਾਂ ਨੇ ਬਹੁਤ ਮਾਣ ਰੱਖਿਆ। ਸੰਤ ਬਾਬਾ ਪ੍ਰਦੀਪ ਸਿੰਘ ਜੀ ਬਦਨੀ ਕਲਾਂ ਵਾਲੇ ਮਹਾਂਪੁਰਖ ਜਿਨ੍ਹਾਂ ਨੂੰ ਲੋਕ ਬੋਰੇ ਵਾਲੇ ਕਰਕੇ ਜਾਣਦੇ ਨੇ, ਆਪ ਸਟੇਜ ਤੇ ਤਸ਼ਰੀਫ ਫਰਮਾ ਨੇ, ਹੋਰ ਹਸਤੀਆਂ ਤਸ਼ਰੀਫ ਫਰਮਾ ਨੇ। ਜਿੱਥੇ ਮਹਾਂਪੁਰਸ਼ਾਂ ਨੇ ਇੱਕ ਇੱਕ ਨੁਕਤਾ ਪ੍ਰੇਮ ਨਾਲ ਉਭਾਰਿਆ ਹੈ, ਖੋਲ੍ਹਣ ਦਾ ਯਤਨ ਕੀਤਾ, ਉੱਥੇ ਮੈਨੂੰ ਖੁਸ਼ੀ ਹੈ ਬਈ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਨੇ ਪਾਠ ਵੀ ਬੜਾ ਸ਼ੁੱਧ ਕੀਤਾ। ਹਾਜ਼ਰੀ ਮਾਤਰ ਥੋੜਾ ਜਿਹਾ ਸਮਾਂ ਹੋਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨਾਂ ਰਾਹੀਂ ਸਤਿਗੁਰੂ ਜੀ ਦੇ ਦੀਦਾਰ ਦਾ ਅਨੁਭਵ ਕਰ ਸਕੀਏ। ਪੇਸ਼ਤਰ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਐਸਾ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਕਮਲਾਂ ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਹੋਇਆ। ਸਤਿਗੁਰੂ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ ਬੈਠੇ ਨੇ, ਆਪ ਸਭ ਗੁਰੂ ਰੂਪ ਖਾਲਸਾ ਸਾਧ ਸੰਗਤ ਸੁਭਾਏਮਾਨ ਹੋ। ਮਹਾਰਾਜ ਜੀ ਦੇ ਨਾਲ ਤੁਹਾਡਾ ਬਹੁਤ ਹਿਰਦੇ ਦਾ ਨਾਤਾ ਹੈ। ਕਿਸੇ ਦੇ ਘਰ ਵਿੱਚ ਕੋਈ ਫੰਕਸ਼ਨ ਹੁੰਦਾ ਹੈ, ਵਿਆਹ ਹੁੰਦਾ ਹੈ, ਕੋਈ ਬੱਚੇ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਤੇ ਉਹ ਲਿਸਟ ਬਣਾਉਂਦਾ ਹੈ ਵੀ ਕਿਹੜੇ ਕਿਹੜੇ ਸੰਬੰਧੀਆਂ ਨੂੰ ਬੁਲਾਉਣਾ ਹੈ। ਲਿਸਟ ਬਣਦੀ ਹੈ।